जी स्टूडेंट्स 7D अपनी चल रही सीगी ਉਹਦੀਆਂ ਪ੍ਰੋਬਲਮਸ ਦੇਖੋ 5 ਦਾ ਥਰਡ ਸਮ ਇਹਦੀ ਇੰਟੀਗ੍ਰੇਸ਼ਨ ਕਰਨੀ ਆ √1 + 4x² ਤੇ ਜਿੰਨੇ ਵੀ ਅਸੀਂ ਪੁਰਾਣੇ ਫਾਰਮੂਲੇ ਪੜ੍ਹੇ ਆ ਉਹਦੇ ਵਿੱਚ x² ਦਾ ਕੋਫੀਸ਼ੀਐਂਟ ਯੂਨਿਟੀ ਹੁੰਦਾ ਬਟ ਹੇਅਰ ਦਾ ਕੋਫੀਸ਼ੀਐਂਟ ਆਫ x² ਇਜ਼ 4 ਸੋ ਫਸਟਲੀ ਵੀ ਰਿਮੂਵ 4 how we can remove this 4 by taking common 4 ठीक है अगर तुसी 4 कॉमन ले लेने हो दैन x² ਦਾ ਕੋਫੀਸ਼ੀਐਂਟ 1 आ जाएगा ठीक है ਹੁਣ 1 ਦੇ ਵਿੱਚੋਂ 4 ਨਹੀਂ ਕਾਮਨ ਆ ਸਕਦੇ ਉੱਥੇ ਡਿਵਾਈਡ ਹੋ ਜਾਊਗਾ ठीक है 4 ਇਸ ਟਰਮ ਦੇ ਵਿੱਚੋਂ ਕਾਮਨ ਲੈ ਕੇ ਰਿਮੇਨਿੰਗ ਟਰਮਸ ਆ ਬਚਦੀਆਂ ਨੇ 1 ਅਪੋਨ ਫਿਰ √4 ਕਿੰਨਾ ਆ ਜਾਊਗਾ 2 ਉਸ ਤੋਂ ਬਾਅਦ रूट ਦੇ ਵਿੱਚ ਰਿਮੇਨਿੰਗ ਟਰਮਸ ਕੀ ਬਚ ਗਈਆਂ x² ਪਲੱਸ 1/4 ਕੀ ਬਚ ਗਿਆ 1/2 ਦਾ ਹੋਲ ਸਕੁਏਅਰ ਇੱਥੇ ਫਾਰਮੂਲਾ ਲੱਗ ਗਿਆ x² ਪਲੱਸ a² ਉਹ ਕੀ ਫਾਰਮੂਲਾ ਹੁੰਦਾ ਜੇ रूट ਨਾ ਹੁੰਦਾ ਫਿਰ tan ਇਨਵਰਸ 'ਚ ਹੋਣਾ ਸੀ रूट ਵਾਲਾ ਫਾਰਮੂਲਾ ਕੀ ਹੁੰਦਾ log x ਪਲੱਸ ਡਿਨੋਮੀਨੇਟਰ ਠੀਕ ਹੈ ਜੀ x ਪਲੱਸ ਡਿਨੋਮੀਨੇਟਰ ਮੇਰਾ ਕੀ x² ਪਲੱਸ 1/2 ਦਾ ਹੋਲ ਸਕੁਏਅਰ ਦੈਟ ਇਜ਼ 1/4 फिर असी इनू सॉल्व कर लिया रूट नू बाय टेकिंग एलसीएम 4 एलसीएम ले लिया x प्लस दिस 1/log दिस 1/2 log ऑफ दिस अच्छा इत्थे देखो ध्यान नाल मेरी इंटीग्रेशन हो गई सीगी पहला तुसी रूट वाले दा एलसीएम लिया ठीक है इत्थे 4 दा रूट की निकलिया 2 फिर असी इस टर्म ते इस टर्म दा एलसीएम लिया वो भी 2 आ गया कितना आ गया 2x प्लस 1 + 4x² आ गया ठीक है जी ਹੁਣ ਇਹ 1/2 log ਇੱਥੇ ਨਿਊਮੀਨੇਟਰ ਅਪੋਨ ਡਿਨੋਮੀਨੇਟਰ log ਦੀ ਪ੍ਰੋਪਰਟੀ ਯੂਜ਼ ਕੀਤੀ ਅਗਰ ਤੁਸੀਂ log ਅਲੱਗ-ਅਲੱਗ ਕਰਨੇ ਹੋਣ ਤਾਂ ਕੀ ਹੁੰਦਾ log of numerator minus log of denominator here denominator is log of 2 that is the constant c is also constant log 2 ਤੇ c ਦੋਨੋਂ constant ਨੂੰ ਅਸੀਂ ਕੀ ਲਿਖ ਸਕਦੇ ਹਾਂ c' ठीक है इदा भी लिख सकते हो ये भी आंसर सही है अगर तुसी आ तो मेरा इंटीग्रेशन का आंसर आ ही गया सी अगर मैं इत्थे कॉन्सटेंट नूं आ कॉन्सटेंट च मिक्स करना तो मैं उन्होंने c' लिख दूँगी एक होर गल 1/2 फर्स्ट टर्म नाल भी मल्टीप्लाई है 1/2 सैकेंड टर्म दे नाल भी की है मल्टीप्लाई है स्क्रीनशॉट लेना ले लो नैक्सट है 5th ਦਾ थर्ड पार्ट हो गया अपना नैक्सट है 7th सम ਉਹਦਾ मैं हिंट दे ਦਾਨੀ ਆ कुछ नहीं कि ਉਹਦੇ ਵਿੱਚ ਜਿਹੜਾ डिनोमीनेटर x वाली टर्म आ वो थोड़ी लेंथी आ ਆਪਾਂ 2 - x ਨੂੰ t पुट करता फिर डिफरेंशिएट बोथ साइड करता इंटीग्रेशन -dt अपॉन √t² + 1 आ गई नैक्सट 10th ਦਾ सैकेंड पार्ट देखो ਇਹਦੇ ਵਿੱਚ x/3 ਨੂੰ t पुट करता डेरिवेटिव ले लिया ठीक है इत्थे 1 + x/3 x/3 मतलब की होया टी पुट किया सी तो इत्थे स्केयर सी तो की हो गया t² ठीक है तो इस हुण थोड़ी सिंपल फॉर्मूला लगा लो अपने आप ट्राई कर लियो लग गई समझ इत्ते टी पुट करन तो बाद थोड़ा ईजी बन जूगा इहदे विच x/3 नूं टी पुट करन तो बाद थोड़ा सीधा फॉर्मूला बन जूगा फिर तुसीं सॉल्व कर लियो टेक द स्क्रीनशॉट नैक्सट भी आ वाले सम दे विच भी मैं हिंट दे रही हाँ कि 3x² x ਦੀ 6 + 1 ਹੁਣ ਜੇ मैं इत्थे दिमाग लावां कि x² डेरीवेटिव किहदा हुंदा x ਦੀ पावर 3 ਦਾ ਹੁਣ x ਦੀ पावर 6 ਨੂੰ मैं x ਦੀ पावर 3 ਚ ब्रेक कर सकती हाँ क्योंकि मैं ये स्टेटमेंट ਨੂੰ इदां लिख सकती हाँ मैनू पता कि x ਦੀ पावर 3 ਨੂੰ पुट करांगे तो मेरा उपर डेरीवेटिव की आ जाऊगा x² च आ कॉन्सटेंट तो कोई गल नहीं तो बाहर आ जू तो मैं 6 ਨੂੰ फिर इस फॉर्म च लिख ਲਾਂ कि मैनू टी पुट करना सौखा हो जाए x ਦੀ पावर 3 ਦਾ होल स्केयर + 1 इत्थे की आ जाऊगा t ਦਾ होल स्केयर ठीक है जी ਹੁਣ ਐਵੇਂ ਇੱਥੇ x ਕਿਹਦਾ ਡੈਰੀਵੇਟਿਵ ਹੁੰਦਾ x² ਦਾ ਤਾਂ ਆਪਾਂ x² ਨੂੰ ਪੁੱਟ ਕਰ ਦਾਂਗੇ ਫਿਰ ਡਿਨੋਮੀਨੇਟਰ 'ਚ ਅਸੀਂ ਇਹਨੂੰ ਇਨ ਫੋਰਮ ਆਫ x² ਲਿਖਾਂਗੇ ਇਹਨੂੰ ਇਨ ਫੋਰਮ ਆਫ x² ਕੀ ਲਿਖ ਸਕਦੇ ਹਾਂ 1 + 2x ਦਾ ਸਕੁਏਅਰ ਉੱਪਰ ਤਾਂ 3x ਹੈਗਾ ਫਿਰ ਡੈਰੀਵੇਟਿਵ ਲੈ ਲਿਓ ਇੱਥੇ ਸਾਰੀ ਟਰਮ ਨੂੰ ਚੇਂਜ ਕਰ ਦਿਓ t ਦੇ ਵਿੱਚ ਨੈਕਸਟ 15 ਸਮ ਦੇਖੋ 15 ਸਮ ਦੇ ਵਿੱਚ ਕੀ ਆ ਆਮ ਤੌਰ 'ਤੇ ਸਾਡੀ
ਜਿਹੜੀ ਫ੍ਰੈਕਸ਼ਨ ਆ ਉਹ ਪ੍ਰੋਪਰ ਉਦੋਂ ਕਹੀ ਜਾਂਦੀ ਆ ਜਦੋਂ ਸਾਡਾ ਡਿਨੋਮੀਨੇਟਰ ਦੇ ਵਿੱਚ ਪਾਵਰ ਵੱਡੀ ਹੋਵੇ ਅਤੇ ਨਿਊਮੀਨੇਟਰ 'ਚ ਪਾਵਰ ਕੀ ਹੋਵੇ, ਛੋਟੀ ਹੋਵੇ। ਠੀਕ ਹੈ, ਜਿਵੇਂ ਇੱਥੇ ਸੀ ਡਿਨੋਮੀਨੇਟਰ 'ਚ ਪਾਵਰ ਵੱਡੀ ਆ, ਨਿਊਮੀਨੇਟਰ 'ਚ ਛੋਟੀ ਆ, ਡਿਨੋਮੀਨੇਟਰ 'ਚ ਪਾਵਰ ਵੱਡੀ ਆ, ਨਿਊਮੀਨੇਟਰ 'ਚ ਛੋਟੀ ਆ। ਮਤਲਬ ਅਗਰ ਸਾਡੀ ਨਿਊਮੀਨੇਟਰ 'ਚ ਪਾਵਰ ਛੋਟੀ ਹੈ ਤਾਂ ਅਸੀਂ ਉਹਨੂੰ ਪ੍ਰੋਪਰ ਫ੍ਰੈਕਸ਼ਨ ਕਵਾਂਗੇ। ਅਗਰ ਸਾਡੀ ਨਿਊਮੀਨੇਟਰ 'ਚ ਪਾਵਰ ਵੱਡੀ ਹੋ ਗਈ ਕਿਹਦੇ ਨਾਲੋਂ, ਡਿਨੋਮੀਨੇਟਰ ਦੀ ਪਾਵਰ ਨਾਲੋਂ, ਨਿਊਮੀਨੇਟਰ ਦੀ ਪਾਵਰ ਵੱਡੀ ਹੋ ਗਈ ਤਾਂ ਅਸੀਂ ਇਹਨੂੰ ਇੰਪਰੋਪਰ ਫ੍ਰੈਕਸ਼ਨ ਕਵਾਂਗੇ। ਅਤੇ ਜਦੋਂ ਸਾਡੀ ਇੰਪਰੋਪਰ ਫ੍ਰੈਕਸ਼ਨ ਆਵੇ ਉਦੋਂ ਅਸੀਂ ਡਿਵਾਈਡ ਕਰਨਾ ਹੁੰਦਾ ਵਾ, ਡਿਵਾਈਡ ਕਰਕੇ ਇਹਨੂੰ ਛੋਟਾ ਬਣਾਉਣਾ ਹੁੰਦਾ। ਨਿਊਮੀਨੇਟਰ ਨੂੰ ਮੈਂ ਵਿੱਚ ਰੱਖਿਆ, ਡਿਨੋਮੀਨੇਟਰ ਨਾਲ ਮੈਂ ਡਿਵਾਈਡ ਕੀਤਾ। ਹੁਣ ਤੁਹਾਨੂੰ ਡਿਵੀਜ਼ਨ ਤਾਂ ਪਤਾ, ਅਲਜਬਰਿਕ ਡਿਵੀਜ਼ਨ 8th ਕਲਾਸ 'ਚ ਕੀਤੀ ਹੋਈ ਆ। ਪਹਿਲੀ ਟਰਮ ਨੂੰ ਕੈਂਸਲ ਕਰਨਾ ਤਾਂ ਐਕਸ ਸਕੁਏਅਰ ਨੂੰ ਮੈਂ ਕਿੰਨਾ ਮਲਟੀਪਲਾਈ ਕਰੂੰਗੀ, ਐਕਸ ਸਕੁਏਅਰ ਨਾਲ। ਐਕਸ ਸਕੁਏਅਰ ਐਕਸ ਦੀ ਪਾਵਰ 4 ਪਲੱਸ ਐਕਸ ਸਕੁਏਅਰ, ਆਹ ਕੈਂਸਲ ਹੋ ਗਿਆ, ਆਹ ਕੀ ਹੋ ਗਿਆ ਮਾਈਨਸ 1 ਪਲੱਸ ਦਾ ਮਾਈਨਸ ਐਕਸ ਸਕੁਏਅਰ। ਉਸ ਤੋਂ ਬਾਅਦ ਇੱਥੇ ਮੈਂ ਮਾਈਨਸ ਐਕਸ ਸਕੁਏਅਰ ਲੈ ਕੇ ਆਉਣੀ ਹੈ ਤਾਂ ਮੈਂ ਕਿੰਨਾ ਮਲਟੀਪਲਾਈ ਕਰਾਂ, -1 ਨਾਲ, ਤਾਂ ਮਾਈਨਸ ਐਕਸ ਸਕੁਏਅਰ ਪਲੱਸ ਮਾਈਨਸ, ਆਹ ਪਲੱਸ ਨਾਲ ਕੈਂਸਲ ਹੋ ਗਿਆ, ਆਹ 1 ਅਤੇ 1 ਕਿੰਨਾ ਹੋ ਗਿਆ 2। ਇੱਥੇ ਵੀ +1 ਰਹਿ ਗਿਆ, ਇੱਥੇ ਵੀ ਆ -1 ਸੀ ਉਹਦਾ ਚੇਂਜ ਕੀਤਾ +1 ਹੋ ਗਿਆ, +1 ਕਿੰਨਾ ਆ ਗਿਆ 2। ਫਿਰ ਆਪਾਂ ਕਿਵੇਂ ਲਿਖਦੇ ਹੁੰਦੇ ਆ, ਰਿਮਾਈਂਡਰ ਉੱਪਰ 2 ਜਿਹੜਾ ਡਿਵੀਜ਼ਨ ਕਰਕੇ ਆਨਸਰ ਆਇਆ ਕੁਐਸਚਨ ਉਹ ਇੱਥੇ ਹੁੰਦਾ ਐਕਸ ਸਕੁਏਅਰ -1, ਫਿਰ ਆ ਨੀਚੇ। ਇਹਨੂੰ ਆਪਾਂ ਮਿਕਸਚਰ ਫੋਰਮ ਕਹਿੰਦੇ ਹੁੰਦੇ ਸੀ, ਜਾਂ ਜਿਹੜੇ ਦੂਸਰੇ ਪੰਜਾਬੀ ਮੀਡੀਅਮ ਵਾਲੇ ਕੀ ਕਹਿੰਦੇ ਸੀ, ਸਈਆਂ, ਹੈ ਨਾ। ਅਦਰਵਾਈਜ਼ ਅਸੀਂ ਇਹਨੂੰ ਕੀ ਬੋਲਦੇ ਆ, ਮਿਕਸਚਰ ਫੋਰਮ। ਮਿਕਸਚਰ ਫੋਰਮ ਕਿੰਦਾ, ਇਹਨਾਂ ਦੋਨਾਂ ਦੀ ਮਲਟੀਪਲਾਈ ਆ, ਐਡ, ਤਾਂ ਇਹਨੂੰ ਮੈਂ ਸਹੀ ਤਰੀਕੇ ਨਾਲ ਵਿੱਚ ਐਡੀਸ਼ਨ ਦਾ ਸਾਈਨ ਪਾ ਸਕਦੀ ਹਾਂ। ਇੱਕੋ ਹੀ ਗੱਲ ਆ ਕਿ ਆਹ ਦੋਨੋਂ ਮਲਟੀਪਲਾਈ ਫਿਰ 2 ਐਡ ਕਰਨਾ ਹੁੰਦਾ। ਇਸ ਕਰਕੇ ਮੈਂ ਇੱਥੇ ਮਿਕਸਚਰ ਫੋਰਮ ਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ ਵਿੱਚ ਸੈਪਰੇਟੇਸ਼ਨ ਕਰਕੇ, ਕੋਈ ਫਰਕ ਨਹੀਂ। ਇੰਟੀਗ੍ਰੇਸ਼ਨ 'ਚ ਮੈਨੂੰ ਸੈਪਰੇਟੇਸ਼ਨ ਚਾਹੀਦੀ ਹੁੰਦੀ ਆ। ਹੁਣ ਤੁਸੀਂ ਈਜ਼ਲੀ ਇੰਟੀਗ੍ਰੇਸ਼ਨ ਕਰ ਸਕਦੇ ਹੋ। ਐਕਸ ਸਕੁਏਅਰ -1 ਦੀ ਇੰਟੀਗ੍ਰੇਸ਼ਨ ਕੀ ਆਊਗੀ, ਐਕਸ ਦੀ ਕਿਊਬ ਅਪੋਨ 3, 1 ਦੀ ਇੰਟੀਗ੍ਰੇਸ਼ਨ ਕੀ ਆਊਗੀ, ਐਕਸ। ਇਹਦੇ ਵਿੱਚ ਦੂਜੇ ਦੇ ਵਿੱਚ 2 ਬਾਹਰ ਆ ਜਾਊਗਾ, 2 ਬਾਹਰ ਆ ਜਾਊਗਾ, ਅਤੇ ਇਹਦੀ ਇੰਟੀਗ੍ਰੇਸ਼ਨ 1/x ਸਕੁਏਅਰ ਪਲੱਸ ਏ ਸਕੁਏਅਰ ਦੀ ਕੀ ਆ ਜਾਊਗੀ, tan ਇਨਵਰਸ x/a। ਲੈ ਲਓ ਸਕਰੀਨਸ਼ਾਟ 15 ਸਮ ਦਾ। ਉਸ ਤੋਂ ਬਾਅਦ 16 ਸਮ ਦੇਖੋ, ਇਹਦੇ ਵਿੱਚ ਤੁਸੀਂ 2 ਦੀ ਪਾਵਰ x ਨੂੰ ਟੀ ਪੁੱਟ ਕਰੋਗੇ, ਫਿਰ ਡਿਫਰੈਂਸ਼ੀਏਟ ਬੋਥ ਸਾਈਡ ਕਰੋਗੇ। ਇਹਦਾ ਡੈਰੀਵੇਟਿਵ ਕੀ ਹੋਊਗਾ, 2 ਦੀ ਪਾਵਰ x log 2 dx = dt। ਫਿਰ ਕੀ ਆਊਗਾ, 2 ਦੀ ਪਾਵਰ x dx, ਆ 2 ਦੀ ਪਾਵਰ x ਅਤੇ dx ਮੈਂ ਇੱਥੋਂ ਦੇਖ ਲਿਆ। 2 ਦੀ ਪਾਵਰ dx ਦੀ ਵੈਲਿਊ ਮੈਨੂੰ ਇਨ ਫੋਰਮ ਆਫ ਟੀ 'ਚ ਚਾਹੀਦੀ ਹੈ ਤਾਂ ਮੈਂ log 2 ਉੱਧਰ ਲੈ ਗਈ। ਫਿਰ ਇਸ ਇੰਟੀਗ੍ਰੇਸ਼ਨ ਨੂੰ ਸਾਰੇ ਨੂੰ ਇਨ ਫੋਰਮ ਆਫ ਟੀ 'ਚ ਲਿਖ ਦਿਓ। ਇਹ ਕੀ ਆ ਜਾਊਗੀ, 2 ਦੀ ਪਾਵਰ x dx dt ਅਪੋਨ log 2, ਇੱਥੇ ਵੀ ਚਾਹੇ ਲਿਖ ਦਿਓ। ਇਹ log 2 ਆ ਗਈ, √1 ਮਾਈਨਸ ਇੱਥੇ ਕੀ ਆ ਜਾਏਗਾ, 2 ਦੀ ਪਾਵਰ x ਨੂੰ ਟੀ ਪੁੱਟ ਕੀਤਾ, 2 ਦੀ ਪਾਵਰ x ਦਾ ਸਕੁਏਅਰ, ਇਹਨੂੰ ਟੀ ਪੁੱਟ ਕੀਤਾ ਤਾਂ ਇਹ ਕੀ ਆ ਗਈ ਟੀ ਸਕੁਏਅਰ। ਠੀਕ ਹੈ, 1/log 2 dt ਅਪੋਨ 1 ਮਾਈਨਸ ਟੀ ਸਕੁਏਅਰ, 1/log 2। ਇਹ ਕੀ ਆ, ਇੱਥੇ √1 ਮਾਈਨਸ ਟੀ ਸਕੁਏਅਰ। ਇਹਦਾ ਫਾਰਮੂਲਾ ਕੀ ਹੁੰਦਾ, ਜੇ ਰੂਟ ਹੋਵੇ ਤਾਂ ਕੀ ਹੁੰਦਾ, ਸਾਈਨ ਇਨਵਰਸ, ਅਤੇ 1 ਕੌਨਸਟੈਂਟ ਅੱਗੇ ਹੋਵੇ ਤਾਂ ਇਹ ਪਹਿਲਾ ਫਾਰਮੂਲਾ ਜਿਹੜੇ ਮੈਂ ਤੁਹਾਨੂੰ ਯਾਦ ਕਰਾਏ ਸੀ, ਸਾਈਨ ਇਨਵਰਸ x/a, ਇਹਦਾ ਕੀ ਆ 1। ਠੀਕ ਹੈ, ਦਿਸ ਵਨ ਇਜ਼ ਆਨਸਰ। ਬਾਅਦ 'ਚੋਂ ਟੀ ਨੂੰ ਅਸੀਂ ਓਰੀਜਨਲ ਵੇਰੀਏਬਲ 'ਚ ਕੀ ਆ ਪੁੱਟ ਕਰਤਾ, ਟੇਕ ਦਾ ਸਕਰੀਨਸ਼ਾਟ। 16 ਦਾ ਪਹਿਲਾ ਸਮ। ਉਸ ਤੋਂ ਬਾਅਦ 16 ਦਾ ਸੈਕਿੰਡ ਸਮ ਦੇਖੋ, e ਦੀ ਪਾਵਰ x -1 dt। ਠੀਕ ਹੈ, ਇਹਦੇ ਵਿੱਚ ਇਹ ਇੰਟੀਗ੍ਰੇਸ਼ਨ ਬਹੁਤ ਇੰਪੋਰਟੈਂਟ ਹੈ ਅਤੇ ਇਹ ਥੋੜ੍ਹੀ ਜਿਹੀ ਆਪਾਂ ਨੂੰ ਦਿਮਾਗ ਦੇ ਵਿੱਚ ਰੱਖਣੀ ਪੈਣੀ ਹੈ ਕਿ ਆਹ ਸਾਰੀ ਟਰਮ ਨੂੰ ਮੈਂ ਟੀ ਪੁੱਟ ਕਰਨਾ। ਠੀਕ ਹੈ ਜੀ, ਸਾਰੀ ਟਰਮ ਨੂੰ ਮੈਂ ਟੀ ਪੁੱਟ ਕਰਤਾ। ਹੁਣ ਡਿਫਰੈਂਸ਼ੀਏਟ ਬੋਥ ਸਾਈਡ ਕੀਤਾ, e ਦੀ ਪਾਵਰ x ਇੰਟੂ dx, 1 ਦਾ ਤਾਂ 0 ਹੋ ਗਿਆ ਇੱਧਰ dt। ਮੈਂ dx ਦੀ ਵੈਲਿਊ ਕੱਢ ਲਈ, dt ਅਪੋਨ e ਦੀ ਪਾਵਰ x। ਮੈਂ dx ਦੀ ਵੈਲਿਊ ਕੀ ਕੱਢ ਲਈ, dt ਅਪੋਨ e ਦੀ ਪਾਵਰ x, ਅਤੇ ਇਹਨੂੰ ਮੈਂ ਕੀ ਪੁੱਟ ਕਰਤਾ ਸੀ ਸਾਰੇ ਨੂੰ t, ਯਾਨੀ ਕਿ ਕੀ ਆ ਜਾਊਗਾ √t। ਯਾਨੀ ਕਿ ਹੁਣ ਸਾਡੇ ਕੋਲ ਇੰਟੀਗ੍ਰੇਸ਼ਨ ਕੀ ਆ ਗਈ, √t, ਇੱਥੇ dx ਦੀ ਵੈਲਿਊ ਪੁੱਟ ਕਰਤੀ dt ਅਪੋਨ e ਦੀ ਪਾਵਰ x ਕੱਢੀ ਸੀ। ਹੁਣ ਟੀ ਵਾਲੇ 'ਚ ਤਾਂ ਸਾਰੇ ਟੀ ਹੋਣੇ ਚਾਹੀਦੇ ਆ, e ਦੀ ਪਾਵਰ x ਵੀ ਇਨ ਫੋਰਮ ਆਫ ਟੀ ਹੋਣੀ ਚਾਹੀਦੀ ਆ। ਉਹਦੇ ਲਈ ਜਿਹਨੂੰ ਤੁਸੀਂ ਪੁੱਟ ਕੀਤਾ ਸੀ e ਦੀ ਪਾਵਰ x -1 = t,
ठीक है जी। इत्थे असी ई दी पावर एक्स -1 ਨੂੰ टी पुट ਕੀਤਾ ਸੀ। मैं ई दी पावर एक्स ਦੀ ਜਿਹੜੀ ਵੈਲਿਊ ਆ ਉਹ ਕੀ ਕਰ ਲਈ t+1। ਇਹਦਾ ਮਤਲਬ ਮੈਂ ਇੱਥੇ ई ਦੀ ਪਾਵਰ x ਦੀ ਵੈਲਿਊ ਕੀ ਪੁੱਟ ਕਰਤੀ t+1। ਹੁਣ ਸਟੇਟਮੈਂਟ 'ਚ ਸਾਰੇ ਨੂੰ ਇਨ ਫੋਰਮ ਆਫ t ਲਿਖ ਲਓ। ਇੱਥੇ √t ਆ ਗਿਆ, dx ਦੀ ਵੈਲਿਊ dt ਅਪੋਨ t+1 ਆ ਗਈ। ਠੀਕ ਹੈ। ਹੁਣ ਮੇਰੇ ਕੋਲ ਜਿਹੜੀ ਇੰਟੀਗ੍ਰੇਸ਼ਨ √t ਅਪੋਨ t+1 ਆ। ਹੁਣ ਫਰਦਰ ਮੈਂ ਦੁਬਾਰਾ ਸਬਸਟੀਟਿਊਸ਼ਨ ਕਰੂੰਗੀ। √t ਨੂੰ z ਪੁੱਟ ਕਰਤਾ ਕਿ ਮੈਂ ਈਜ਼ੀਨੈਸ ਕਰ ਲੈਂਦੀ ਹਾਂ। ਤਾਂ t ਦੀ ਪਾਵਰ 1/2 ਕੀ ਹੋ ਗਈ z ਦੇ ਬਰਾਬਰ। ਹੁਣ ਡਿਫਰੈਂਸ਼ੀਏਟ ਬੋਥ ਸਾਈਡ, ਪਾਵਰ ਅੱਗੇ ਆ ਗਈ, ਇਹਦੀ ਇੱਕ ਪਾਵਰ ਘੱਟ ਗਈ। ਫਿਰ ਬਿਨਾਂ ਪਾਵਰ ਤੋਂ ਫੰਕਸ਼ਨ ਦਾ ਡੈਰੀਵੇਟਿਵ ਉਹ dt ਅਪੋਨ dz ਆਊਗਾ, ਉਹ ਇੱਧਰ ਆ ਗਿਆ। ਇੱਥੇ ਕਿੰਨਾ ਆ ਗਿਆ dt, ਆਹ 2 ਉੱਧਰ ਚਲ ਗਿਆ 2dz। t ਦੀ ਪਾਵਰ -1/2 ਸੀ, ਉੱਧਰ ਜਾ ਕੇ ਕੀ ਹੋ ਗਈ +1/2 dt 2dz। ਇੱਥੇ t ਦੀ ਪਾਵਰ 1/2 ਨੂੰ ਕੀ ਪੁੱਟ ਕੀਤਾ ਸੀ z ਪੁੱਟ ਕੀਤਾ ਸੀ। ਹੁਣ ਆਪਣੀ ਇੰਟੀਗ੍ਰੇਸ਼ਨ ਆ ਗਈ, ਸਮਝ ਲੱਗੀ। ਇੱਥੇ ਤੱਕ ਆਪਾਂ ਕੀਤਾ। ਇਹ 'ਚ ਮੈਂ t ਨੂੰ ਦੁਬਾਰਾ z ਪੁੱਟ ਕਰ ਲਿਆ, t ਦੀ ਪਾਵਰ 1/2 ਨੂੰ z ਪੁੱਟ ਕਰ ਲਿਆ। ਫਿਰ ਡੈਰੀਵੇਟਿਵ ਦੋਨੋਂ ਕਰਕੇ ਫਿਰ ਮੈਂ dt ਦੀ ਵੈਲਿਊ ਕੱਢ ਲਈ। dt ਦੀ ਵੈਲਿਊ ਵੀ ਇਨ ਫੋਰਮ ਆਫ ਮੇਰੀ dz ਜਾਂ z 'ਚ ਆ ਗਈ। ਹੁਣ ਇਸ ਸਟੇਟਮੈਂਟ 'ਚ ਸਾਰੇ ਨੂੰ z ਦੇ ਵਿੱਚ ਕਨਵਰਟ ਕਰ ਲਓ। ਇੱਥੇ ਕੀ ਆ ਗਿਆ z, ਫਿਰ dt ਦੀ ਵੈਲਿਊ ਪੁੱਟ ਕਰ ਦਿਓ z। ਆ dt ਦੀ ਵੈਲਿਊ ਕੀ ਆ ਗਈ 2dz ਤੇ d ਅਪੋਨ ਇੱਥੇ t+1। t ਦੀ ਵੈਲਿਊ ਕੀ ਆ ਗਿਆ ਇਨ ਫੋਰਮ ਆਫ z ਦੇਖਣੀ ਆ। t ਦੀ ਵੈਲਿਊ ਇਨ ਫੋਰਮ ਆਫ z ਕੀ ਸੀਗੀ t ਦੀ ਪਾਵਰ 1/2 ਕੀ ਆ z ਦੇ ਬਰਾਬਰ ਆ। ਠੀਕ ਆ ਜੀ। ਤਾਂ ਫਿਰ ਮੈਂ ਇੱਥੋਂ ਕਿਹਦੀ ਵੈਲਿਊ ਕੱਢਦਾ, ਜੇ ਮੈਂ ਸਕੁਏਅਰਿੰਗ ਬੋਥ ਸਾਈਡ ਕਰਦਾ ਤਾਂ t² ਕਿਹਦੇ ਬਰਾਬਰ ਆ ਗਿਆ z²। ਜੇ ਮੈਂ ਆ ਰੂਟ ਮੈਂ t ਦੀ ਵੈਲਿਊ ਕੱਢਣੀ ਆ, ਮੈਂ ਸਕੁਏਅਰਿੰਗ ਬੋਥ ਸਾਈਡ ਕਰਦਾ √t ਦੀ ਵੈਲਿਊ ਕਿੰਨੀ ਆ ਗਈ z ਸਕੁਏਅਰਿੰਗ ਬੋਥ ਸਾਈਡ t = z²। ਇਹਦਾ ਮਤਲਬ ਇੱਥੇ ਮੈਂ ਕੀ ਪੁੱਟ ਕਰ ਸਕਦੀ ਹਾਂ z² + 1 z² + 1। ਹੁਣ ਦੇਖੋ 2 ਬਾਹਰ ਆ ਗਿਆ, z ਤੇ z ਕਿੰਨਾ ਹੋ ਗਿਆ z² dz ਉਵੇਂ ਆ ਗਿਆ। ਹੁਣ ਅਸੀਂ ਇਹਦੀ ਕੀ ਕਰਨੀ ਹੈ ਇੰਟੀਗ੍ਰੇਸ਼ਨ। ਫਿਰ ਤੁਹਾਨੂੰ ਪਤਾ ਜੇ ਨਿਊਮੀਨੇਟਰ ਅਤੇ ਡਿਨੋਮੀਨੇਟਰ ਦੀਆਂ ਪਾਵਰਾਂ ਸੇਮ ਆ ਜਾਣ, ਦੇਖੋ 3 ਰੂਲ ਆ। ਜੇ ਤਾਂ ਡਿਨੋਮੀਨੇਟਰ ਦੀ ਪਾਵਰ ਘੱਟ ਆ ਜਾਵੇ ਤਾਂ ਅਸੀਂ ਉਹਨੂੰ ਡੈਰੀਵੇਟਿਵ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਡਿਨੋਮੀਨੇਟਰ ਦਾ ਡੈਰੀਵੇਟਿਵ ਬਣ ਜਾਵੇ। ਜੇ ਬਰਾਬਰ ਆ ਜਾਵੇ ਫਿਰ ਅਸੀਂ ਸ਼ਕਲਾਂ ਸੇਮ ਕਰਦੇ ਹਾਂ ਨਿਊਮੀਨੇਟਰ ਅਤੇ ਡਿਨੋਮੀਨੇਟਰ ਦੀਆਂ ਐਡ ਅਤੇ ਸਬਟਰੈਕਟ ਕਰਕੇ। ਤੀਜਾ, ਜੇ ਡਿਨੋਮੀਨੇਟਰ ਦੀ ਪਾਵਰ ਜ਼ਿਆਦਾ ਆ ਜਾਵੇ, ਨਿਊਮੀਨੇਟਰ ਦੀ ਪਾਵਰ ਜ਼ਿਆਦਾ ਆ ਜਾਵੇ, ਡਿਨੋਮੀਨੇਟਰ ਦੀ ਪਾਵਰ ਘੱਟ ਆ ਜਾਵੇ, ਫਿਰ ਆਪਾਂ ਡਿਵਾਈਡ ਕਰਦੇ ਹਾਂ, ਜਿਹੜਾ ਆਪਣੇ ਕੋਲ ਇੱਕ ਕੇਸ ਹੋ ਚੁੱਕਾ ਵਾ। ਠੀਕ ਹੈ ਜੀ। 3 ਕੇਸ ਨੇ। ਜੇ ਨਿਊਮੀਨੇਟਰ ਦੀ ਪਾਵਰ ਘੱਟ ਆ ਜਾਵੇ ਤਾਂ ਆਪਾਂ ਡੈਰੀਵੇਟਿਵ ਬਣਾਉਂਦੇ ਹਾਂ ਡਿਨੋਮੀਨੇਟਰ ਦਾ, ਜੇ ਬਰਾਬਰ ਆ ਜਾਣ ਤਾਂ ਆਪਾਂ ਸ਼ਕਲਾਂ ਸੇਮ ਕਰਦੇ ਹਾਂ, ਜੇ ਪਾਵਰ ਵੱਧ ਆ ਜਾਵੇ ਫਿਰ ਆਪਾਂ ਡਿਵਾਈਡ ਕਰਦੇ ਹਾਂ। ਠੀਕ ਹੈ। ਹੁਣ ਇੱਥੇ ਪਾਵਰ ਬਰਾਬਰ ਆ ਤਾਂ ਅਸੀਂ ਸ਼ਕਲਾਂ ਸੇਮ ਕਰਾਂਗੇ। ਡਿਨੋਮੀਨੇਟਰ ਦੀ ਸ਼ਕਲ ਦੇ ਵਿੱਚ 1 ਪਲੱਸ ਆ ਤਾਂ ਮੈਂ 'ਚ 1 ਪਲੱਸ ਕਰਤਾ, 1 ਕੀ ਕਰਤਾ ਮਾਈਨਸ ਕਰਤਾ। ਠੀਕ ਹੈ ਜੀ। ਉਸ ਤੋਂ ਬਾਅਦ ਆ ਦੋਨੋਂ ਕੈਂਸਲ ਹੋ ਜਾਣ, ਨਹੀਂ ਕੈਂਸਲ ਨਹੀਂ ਕਰਨੇ, ਇੱਥੋਂ ਸੈਪਰੇਟੇਸ਼ਨ ਕਰਾਂਗੇ ਸ਼ਕਲਾਂ ਸੇਮ ਕਰਨ ਤੋਂ ਬਾਅਦ। ਆ ਸੈਪਰੇਟੇਸ਼ਨ ਕਰਤੀ, ਆ ਕੈਂਸਲ ਹੋ ਗਿਆ 1 ਤੇ dz ਰਹਿ ਗਿਆ, ਆ 2 ਇੱਥੇ ਇੰਟੀਗ੍ਰੇਸ਼ਨ 1/z² + 1। ਇੱਧਰ 1 ਦੀ ਇੰਟੀਗ੍ਰੇਸ਼ਨ z ਆ ਗਈ, ਇੱਧਰ 2, ਇੱਧਰ ਕੀ ਆ ਗਈ tan ਇਨਵਰਸ z, ਇੱਧਰ 2z - tan ਇਨਵਰਸ z। 2z ਦੀ ਜਿਹੜੀ ਵੈਲਿਊ ਆ ਇਨ ਫੋਰਮ ਆਫ t ਕੀ ਆਊਗੀ √t - tan ਇਨਵਰਸ √t। ਇੱਧਰ 2t ਦੀ ਵੈਲਿਊ ਕੀ ਆਊਗੀ e ਦੀ ਪਾਵਰ x - 1 tan ਇਨਵਰਸ √e ਦੀ ਪਾਵਰ x - 1। ਸਮਝ ਲੱਗੀ। ਦੇਖੋ ਪਹਿਲਾਂ ਮੈਂ ਸਾਰਾ t ਦੇ ਵਿੱਚ ਚੇਂਜ ਕੀਤਾ, t ਤੋਂ ਬਾਅਦ ਸਾਰਾ z ਦੇ ਵਿੱਚ ਚੇਂਜ ਕੀਤਾ, z ਤੋਂ ਬਾਅਦ ਸਾਰੀ ਇੰਟੀਗ੍ਰੇਸ਼ਨ ਸੋਲਵ ਹੋ ਗਈ। ਫਿਰ z ਨੂੰ ਵੇਰੀਏਬਲ ਓਰੀਜਨਲ ਵੇਰੀਏਬਲ z ਦਾ ਕੌਣ ਸੀ t, ਫਿਰ t ਦਾ ਓਰੀਜਨਲ ਵੇਰੀਏਬਲ ਕੌਣ ਸੀ x। ਇਸ ਸਮ ਦਾ ਸਕਰੀਨਸ਼ਾਟ ਲੈ ਲਓ, ਇੱਥੋਂ ਸ਼ੁਰੂ ਹੁੰਦਾ ਪਹਿਲਾ ਪਾਰਟ ਦਾ ਸਕਰੀਨਸ਼ਾਟ, ਫਿਰ ਦੂਜੇ ਪਾਰਟ ਦਾ ਸਕਰੀਨਸ਼ਾਟ, ਫਿਰ ਇੱਥੇ ਜਾ ਕੇ ਖ਼ਤਮ ਹੋ ਜਾਂਦਾ ਤੀਜੇ ਪਾਰਟ ਦਾ ਸਕਰੀਨਸ਼ਾਟ। ਠੀਕ ਹੈ ਬੇਟੇ। ਅੱਜ ਇੱਥੇ ਤੱਕ ਤੁਹਾਡੀਆਂ ਪ੍ਰੋਬਲਮ ਸੋਲਵ ਹੋ ਗਈਆਂ 16 ਤੱਕ। ਆਈ ਥਿੰਕ ਤੁਸੀਂ 17 ਤੱਕ ਸਾਰੇ ਸਮ ਟਰਾਈ ਕਰ ਲਿਓ। 17ਵੇਂ ਸਮ ਤੋਂ ਬਾਅਦ ਜਿਹੜੇ ਇੱਕ ਮਿੰਟ ਪਤਾ ਨਹੀਂ 18ਵੀਂ ਤੋਂ ਸ਼ੁਰੂ ਉਹ ਦੂਜਾ ਮੈਥਡ ਆ, ਉਹ ਆਪਾਂ ਹਾਲੇ ਡਿਸਕਸ ਕਰਨਾ। ਐਗਜ਼ਾਮਪਲ ਵੀ ਹੁੰਦੀਆਂ ਰਹਿੰਦੀਆਂ ਨੇ। ਸੈਵਨ ਡੀ ਤੇ ਸੀ ਆਪਾਂ।
7D ਦੀ। ਹਾਂ ਬੇਟੇ 16 ਤੱਕ ਸਾਰੇ ਸਮ ਟਰਾਈ ਕਰ ਲਿਓ। ਇਸ ਤੋਂ ਬਾਅਦ ਇੱਥੋਂ 17ਵੇਂ ਤੋਂ ਨਾ ਆਪਣਾ ਮੈਥਡ ਦੂਸਰਾ, ਕਿਹੜਾ ਮੈਥਡ, ਆਹ ਵਾਲਾ, ਠੀਕ ਹੈ। ਇਹ ਆਪਾਂ ਕੱਲ੍ਹ ਡਿਸਕਸ ਕਰਾਂਗੇ। 16 ਤੱਕ ਅੱਜ ਸਾਰੇ ਸਮ ਕਰਾ ਲਿਓ, ਆਪਣੇ ਨੋਟਸ 'ਤੇ ਕਰ ਲਓ ਸਾਰੇ ਸਮ।